द ਸਟੈਲਨ ਨਿਊਜ਼ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿਵੇਂ ਕਿ ਸਾਰੇ ਜਾਣਦੇ ਨੇ ਕਿ ਜਿਹੜਾ ਕਿਸਾਨਾਂ ਦਾ ਜਿਹੜਾ ਸੰਘਰਸ਼ ਆ ਉਹ 6 ਮਹੀਨੇ ਤੋਂ ਵੀ ਜਿਹੜਾ ਉੱਪਰ ਹੋ ਚੁੱਕਾ ਹੈ। ਚੰਡੀਗੜ੍ਹ ਰੋਡ ਤੇ ਜੀਓ ਰਿਲਾਇੰਸ ਵਾਲਿਆਂ ਦਾ ਇੱਥੇ ਧਰਨਾ ਲੱਗਾ ਹੋਇਆ ਹੈ ਸੈਕਟਰੀਏਟ ਦੇ ਲਾਗੇ। ਜਮਹੂਰੀ ਕਿਸਾਨ ਸਭਾ ਨੇ ਜਿਹੜਾ ਧਰਨਾ ਇੱਥੇ ਲਾਇਆ ਹੋਇਆ ਹੈ, ਇਹਨਾਂ ਦਾ ਜਿਹੜਾ 178ਵਾਂ ਦਿਨ ਅੱਜ ਇੱਥੇ ਚੱਲ ਰਿਹਾ। ਆਪਾਂ ਅਲੱਗ-ਅਲੱਗ ਕਿਸਾਨ ਆਗੂਆਂ ਨਾਲ ਇੱਥੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਨਾਲ ਮੌਜੂਦ ਨੇ ਗੁਰਨਾਮ ਸਿੰਘ ਸਿੰਗੜੀਵਾਲ ਜੀ, ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਲਾਡਾ ਜੀ। ਗੁਰਨਾਮ ਜੀ, ਜੇ ਗੱਲ ਕਰੀਏ ਆਪਾਂ ਕਿਸਾਨੀ ਸੰਘਰਸ਼ ਦੀ, ਕੀ ਤੁਹਾਨੂੰ ਨਹੀਂ ਲੱਗਦਾ ਜਿਹੜਾ ਕਿਸਾਨੀ ਸੰਘਰਸ਼ ਆ ਜਿਹੜਾ ਇਹ ਕਰੋਨਾ ਦੀ ਭੇਟ ਚੜ੍ਹਦਾ ਨਜ਼ਰ ਆ ਰਿਹਾ? ਨਹੀਂ, ਦੇਖੋ ਸਰਕਾਰਾਂ ਦੀ ਜਿਹੜੀਆਂ ਸਾਜ਼ਿਸ਼ਾਂ ਆ ਉਹ ਜਿਹੜੀਆਂ ਉਹ ਆਪਣੀ ਸਾਜ਼ਿਸ਼ਾਂ ਰਚ ਰਹੀਆਂ ਆ, ਲੇਕਿਨ ਸਾਡੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸਾਡੀ ਜਿਹੜੀ ਆ ਜਥੇਬੰਦੀ ਆ 32, ਉਹਨਾਂ ਨੇ ਬਹੁਤ ਵਧੀਆ ਕਿਸਾਨਾਂ ਨੂੰ ਲਾਮਬੱਧ ਕੀਤਾ ਹੋਇਆ, ਮਜ਼ਦੂਰਾਂ ਨੂੰ ਲਾਮਬੱਧ ਕੀਤਾ ਹੋਇਆ ਅਤੇ ਲਗਾਤਾਰ ਜਿਹੜਾ ਇਹ ਸੰਘਰਸ਼ ਜਿਹੜਾ ਇਹ ਆਪਣੀ ਚੜ੍ਹਦੀ ਕਲਾ ਦੇ ਵਿੱਚ ਆ। ਔਰ ਲਗਾਤਾਰ ਉੱਥੇ ਜਿਹੜੀ ਆ ਤੁਸੀਂ ਦੇਖ ਰਹੇ ਆ ਵੀ ਉੱਥੇ ਵੀ ਸ਼ਮੂਲੀਅਤ ਜਿਹੜੀ ਪੂਰੀ ਆ, ਅਤੇ ਤੁਸੀਂ ਅੱਜ ਇੱਥੇ ਧਰਨੇ ਦੇ ਵਿੱਚ ਵੀ ਤੁਸੀਂ ਦੇਖ ਰਹੇ ਆ ਕਿ ਵੀ ਇੱਥੇ ਵੀ ਬਹੁਤ ਵੱਡੀ ਪੱਧਰ 'ਤੇ ਲਗਾਤਾਰ ਜਿਹੜੀ ਆ ਉਹ ਸ਼ਮੂਲੀਅਤ ਲੋਕ ਕਰ ਰਹੇ ਆ। ਬੰਗਾਲ ਦੇ ਜਿਹੜੇ ਚੁਣਾਵ ਹੋਏ ਆ ਉਹਨਾਂ ਵਿੱਚ ਕਿਸਾਨ ਆਗੂਆਂ ਨੇ ਜਾ ਕੇ, ਕਿਸਾਨ ਸੰਗਠਨਾਂ ਨੇ ਜਿਹੜਾ ਜਾ ਕੇ ਸਰਕਾਰ ਦਾ ਜਿਹੜਾ ਵਿਰੋਧ ਕੀਤਾ ਸੀ, ਉਹਨੂੰ ਕਿੱਥੇ ਕੁ ਤੱਕ ਜਿੱਤ ਮੰਨਦੇ ਆ ਕਿਸਾਨ ਅੰਦੋਲਨ ਦੀ? ਬਿਲਕੁਲ, ਅਸੀਂ ਉਹਦੀ ਬਹੁਤ ਵੱਡੀ ਜਿੱਤ ਮੰਨਦੇ ਆ। ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਆਗੂ ਨੇ ਜਾ ਕੇ ਉੱਥੇ ਜਿਹੜੀ ਆਪਣੀ ਗੱਲਬਾਤ ਲੋਕਾਂ ਦੇ ਵਿੱਚ ਰੱਖੀ ਆ, ਅਤੇ ਲੋਕ ਜਿਹੜਾ ਆ ਉਹ ਮੋਦੀ ਹਕੂਮਤ ਦੀ ਜਿਹੜੀਆਂ ਚਾਲਬਾਜ਼ੀਆਂ ਸੀਗੀਆਂ ਉਹਨਾਂ ਨੂੰ ਸਮਝਦੇ ਹੋਏ ਲੋਕਾਂ ਨੇ ਉੱਥੇ ਫੈਸਲਾ ਜਿਹੜਾ ਲਿਆ ਆ, ਉਹਨਾਂ ਨੂੰ ਬਹੁਤ ਵੱਡਾ ਜਿਹੜਾ ਖਮਿਆਜਾ ਜਿਹੜਾ ਆ ਮੋਦੀ ਹਕੂਮਤ ਨੂੰ ਭੁਗਤਣਾ ਪਿਆ। ਇਕੱਲਾ ਉੱਥੇ ਹੀ ਨਹੀਂ, ਅਸੀਂ ਬੰਗਾਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਯੂਪੀ ਦੇ ਵਿੱਚ ਵੀ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਉੱਥੇ ਵੀ ਜਿਹੜੇ ਆ ਮੋਦੀ ਨੂੰ ਮੂੰਹ ਦੀ ਖਾਣੀ ਪਈ ਆ ਔਰ ਜੋਗੀ ਨੂੰ ਮੂੰਹ ਦੀ ਖਾਣੀ ਪਈ ਆ। ਇਸ ਕਰਕੇ ਸਰਕਾਰ ਨੂੰ ਹੁਣ ਜਿਹੜਾ ਆ ਉਹ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਨਾਲ ਜਿਹੜੀ ਗੱਲਬਾਤ ਕਰਕੇ ਜਿਹੜੇ ਇਹ ਕਾਨੂੰਨ ਆ ਉਹਨਾਂ ਨੂੰ ਰੱਦ ਕਰਨ ਵਾਲੇ ਪਾਸੇ ਨੂੰ ਉਹ ਤੁਰਨਾ ਚਾਹੀਦਾ ਆ। ਨਹੀਂ ਤਾਂ ਆਉਣ ਵਾਲੇ ਸਮੇਂ 'ਚ ਜਿੱਥੇ ਵੀ ਚੋਣਾਂ ਜਿਹੜੀਆਂ ਉਹ ਹੋਣਗੀਆਂ ਉਹਨਾਂ ਨੂੰ ਇਹੋ ਜਿਹਾ ਹੀ ਖਮਿਆਜਾ ਜਿਹੜਾ ਉਹ ਉੱਥੇ ਵੀ ਉਹ ਭੁਗਤਣਾ ਪਊਗਾ। ਬਿਲਕੁਲ, ਤੁਹਾਡੀ ਗੱਲ ਜਾਇਜ਼ ਆ। ਜਿਹੜੀ ਬਹੁਤ ਛੇਤੀ ਜਿਹੜੇ ਪੰਜਾਬ ਵਿੱਚ ਤਾਂ ਹੋਰ ਸਟੇਟਾਂ ਵਿੱਚ ਵੀ ਜਿਹੜੇ ਚੁਣਾਵ ਆਉਣ ਵਾਲੇ ਨੇ, ਜਿਹੜੇ ਸੰਯੁਕਤ ਕਿਸਾਨ ਮੋਰਚਾ ਆ ਜਾਂ ਕਿਸਾਨਾਂ ਦੇ ਜਿਹੜੇ ਬਾਕੀ ਸੰਗਠਨ ਆ, ਇਹਨਾਂ ਦੀ ਕੀ ਰਣਨੀਤੀ ਆ? ਕੀ ਕੋਈ ਆਪਣੀ ਪਾਰਟੀ ਬਣਾ ਕੇ ਚੋਣ ਲੜਨਗੇ ਜਾਂ ਜਿੱਦਾਂ ਬੰਗਾਲ 'ਚ ਇਹਨਾਂ ਨੇ ਸਰਕਾਰ ਦਾ ਵਿਰੋਧ ਕੀਤਾ, ਜਾਂ ਇਹੀ ਫੰਡਾ ਰਹੂਗਾ ਅੱਗੇ ਵੀ? ਦੇਖੋ, ਫਿਲਹਾਲ ਤਾਂ ਉਹਨਾਂ ਦਾ ਜਿਹੜਾ ਮੁੱਖ ਏਜੰਡਾ ਜਿਹੜਾ ਆ ਉਹ ਇਹੋ ਹੀ ਹੈ ਕਿ ਬਈ ਮੋਦੀ ਹਕੂਮਤ ਨੂੰ ਜਿਹੜੀ ਆ ਉਹ ਸਾਂਝੇ ਰੂਪ ਦੇ ਵਿੱਚ ਇਹੋ ਜਿਹੜੀ ਸੱਦਾ ਜਿਹੜਾ ਹਰਾਉਣ ਦੇ ਲਈ ਵੀ ਲੋਕਾਂ ਨੂੰ ਇਹੋ ਹੀ ਸੱਦਾ ਦੇਣਾ ਆ ਕਿ ਬਈ ਇਹ ਜਿਹੜੀ ਹਕੂਮਤ ਨੂੰ ਜਿਹੜੀ ਚਾਲਬਾਜ਼ ਵਾ, ਲੋਕਾਂ ਦੇ ਜੁਮਲੇਬਾਜ਼ ਜਿਹੜੀ ਸਰਕਾਰ ਆ, ਇਹਨੂੰ ਚੱਲਦਾ ਕਰਨ ਦੇ ਲਈ ਜਿਹੜਾ ਆ ਉਹ ਜਲਦ ਤੋਂ ਜਲਦ ਜਿਹੜਾ ਲੋਕ ਆ ਇਹਨਾਂ ਦੇ ਖਿਲਾਫ ਜਿਹੜਾ ਉਹ ਫਤਵਾ ਦੇਣ, ਤਾਂ ਜੋ ਇਹੋ ਜਿਹੇ ਤਾਨਾਸ਼ਾਹ ਲੋਕਾਂ ਦਾ ਜਿਹੜਾ ਰਵੱਈਆ ਜਿਹੜਾ ਆ ਲੋਕਾਂ ਦੇ ਪ੍ਰਤੀ, ਲੋਕਾਂ ਦੀਆਂ ਚੁਣੀਆਂ ਹੋਈਆਂ ਜਿਹੜੀਆਂ ਸਰਕਾਰਾਂ ਆ ਉਹ ਇਸ ਤਰੀਕੇ ਦੇ ਨਾਲ ਨਹੀਂ ਕਰਦੀਆਂ। ਅਤੇ ਲੇਕਿਨ ਮੋਦੀ ਹਕੂਮਤ ਲਗਾਤਾਰ ਜਿਹੜੀ ਅਸੀਂ ਸਮਝਦੇ ਹਾਂ ਬਈ ਮੇਰਾ ਆਪਣਾ ਨਿੱਜੀ ਜਿਹੜਾ ਵਿਚਾਰ ਵਾ ਵੀ ਉਹ EVM ਦੇ ਨਾਲ ਵੀ ਇਹਨਾਂ ਨੇ ਘਪਲੇਬਾਜ਼ੀ ਕਰਕੇ ਜਿਹੜੀ ਉਹ ਸਪਸ਼ਟ ਬਹੁਮਤ ਦੀ ਜਿਹੜੀ ਸਰਕਾਰ ਬਣਾਈ ਉਹ ਆ, ਅਤੇ ਉਹਦੇ ਤਾਨਾਸ਼ਾਹੀ ਰੁਪਈਆ ਉਹਦੇ ਕਰਕੇ ਉਹ ਅਪਣਾ ਰਹੇ ਆ। ਦਿੱਲੀ 'ਚ ਚੋਣਾਂ ਹੋਈਆਂ ਸੀ, ਦਿੱਲੀ 'ਚ ਕੇਜਰੀਵਾਲ ਸਰਕਾਰ ਜਿੱਤੀ ਆ, ਅਤੇ ਜੇ ਬੰਗਾਲ ਦੀ ਗੱਲ ਕਰੀਏ ਉੱਥੇ ਮਮਤਾ ਦੀ ਸਰਕਾਰ ਜਿਹੜੀ ਉਹ ਬਣੀ ਆ, ਅਤੇ ਫਿਰ ਆਪਾਂ ਜਿਹੜੀ EVM ਦਾ ਇਸ ਟਾਈਮ 'ਤੇ ਦੋਸ਼ ਨਹੀਂ ਦੇ ਸਕਦੇ? ਨਹੀਂ, ਦੇਖੋ ਜਿਹੜਾ ਮੈਂ ਤੁਹਾਨੂੰ ਪਰਸਨਲ ਤੌਰ 'ਤੇ ਆਪਣਾ ਵਿਊ ਦਿੱਤਾ ਆ, ਇੱਥੇ ਜਿਹੜੀ ਗੱਲ ਆਉਂਦੀ ਆ ਉਹ ਸਟੇਟਾਂ ਦੀ ਗੱਲ ਆਉਂਦੀ ਆ। ਮੈਂ ਸਮਝਦਾ ਬਈ ਕੇਂਦਰ ਹਕੂਮਤ ਨੂੰ ਸਟੇਟਾਂ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ, ਕਿਉਂਕਿ ਜੇ ਕੇਂਦਰ ਦੀ ਸੱਤਾ ਦੀ ਅਸੀਂ ਗੱਲ ਕਰਦੇ ਹਾਂ ਉੱਥੇ ਜਿਹੜੀ ਪੋਜੀਸ਼ਨਾਂ ਜਿਹੜੀਆਂ ਮੈਂ ਸੋਚਦਾ ਹਾਂ ਵੀ ਉਹ ਅਲੱਗ ਆ। ਹਾਂਜੀ, ਸਟੇਟਾਂ ਦੇ ਵਿੱਚ ਉਹ ਜਿਹੜਾ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਸਟੇਟਾਂ ਦੇ ਵਿੱਚ ਅਗਰ ਜੇ ਕੋਈ ਇਹੋ ਜਿਹੇ ਫੈਸਲੇ ਉਹਨਾਂ ਦੇ ਉਲਟ ਵੀ ਆਉਂਦੇ ਆ, ਗੱਲ ਜਿੰਨਾ ਤੱਕ ਇਹ ਕੇਂਦਰ ਹਕੂਮਤ ਤੋਂ ਇਹੋ ਨਹੀਂ ਸਰਕਾਰ ਪਾਸੇ ਹੁੰਦੀ, ਉਹਨਾਂ ਦੇ ਸਾਡੀਆਂ ਸਮੱਸਿਆਵਾਂ ਮੈਨੂੰ ਨਹੀਂ ਲੱਗਦਾ ਜਿਹੜੇ ਆ ਉਹ ਹੱਲ ਵਾਲੇ ਪਾਸੇ ਨੂੰ ਤੁਰੂਗਾ। ਆਪਾਂ ਨੌਜਵਾਨਾਂ ਦੀ ਗੱਲ ਕਰੀਏ ਜਾਂ ਯੂਥ ਦੀ ਗੱਲ ਕਰੀਏ, ਕਾਫੀ ਯੂਥ ਜਿਹੜਾ ਉਹਦੇ ਨਾਲ ਜੁੜਿਆ ਹੋਇਆ ਆ। ਹਾਂਜੀ, ਜਿਹੜੀ ਉਹਦੀ ਰਿਹਾਈ ਦੀ ਗੱਲ ਆ, ਅਸੀਂ ਜਿਹੜੀ ਹਕੂਮਤੀ ਜਿਹੜੀ ਦਹਿਸ਼ਤਗਰਦੀ ਆ ਜਾਂ ਜ਼ਬਰ ਵਾ, ਮੈਂ ਨਿੱਜੀ ਤੌਰ 'ਤੇ ਉਹਦਾ ਮਤਲਬ ਸਰਕਾਰ ਦੀਆਂ ਨਾ ਜ਼ਬਰ ਦਾ ਉਹ ਵਿਰੋਧੀ ਆ। ਔਰ ਉਹਦਾ ਇੱਕ ਅੰਦੋਲਨ ਦੇ ਵਿੱਚ ਹਿੱਸੇਦਾਰੀ ਜਿਹੜੀ ਸੀਗੀ, ਅਤੇ ਉਹ ਗਾਹਾਂ ਨੂੰ ਅਗਰ ਅੰਦੋਲਨ ਦੇ ਵਿੱਚ ਆਪਣੀ ਹਿੱਸੇਦਾਰੀ ਪਾਉਂਦਾ ਹੈ ਤਾਂ ਉਹ ਪੱਖ ਦੇ ਵਿੱਚ ਹੀ ਜਾਊਗਾ। ਜੇ ਆਪਾਂ ਦੀਪ ਸਿੱਧੂ ਦੇ ਨਾਲ ਨਾਲ ਲੱਖਾ ਸਿਧਾਣਾ ਦੀ ਗੱਲ ਕਰੀਏ, ਹਾਂਜੀ, ਉਹਦਾ ਗ੍ਰਿਫਤਾਰ ਹੋਣਾ, ਉਸ ਤੋਂ ਬਾਅਦ ਉਹਦੀ ਜ਼ਮਾਨਤ ਹੋ ਜਾਣਾ ਕੇਸਾਂ ਵਿੱਚੋਂ, ਅਤੇ ਇੱਕ ਪਾਸੇ ਜਿਹੜਾ ਲੱਖਾ ਸਿਧਾਣਾ ਹਾਲੇ ਤੱਕ ਫੜਿਆ ਹੀ ਨਾ ਜਾਣਾ।
ਦੇਖੋ ਦੀਪ ਸਿੱਧੂ ਔਰ ਲੱਖਾ ਸਦਾਣਾ ਕਈ ਵਾਰ ਜਿਹੜਾ ਆ ਉਹ ਇਕੱਠੇ ਤੁਰਦੇ, ਕਈ ਵਾਰੀ ਉਹ ਵੱਖ-ਵੱਖ ਹੋ ਜਾਂਦੇ ਆ। ਹੁਣ ਤੁਸੀਂ ਇਸ ਵੇਲੇ ਜੇ ਪੋਜੀਸ਼ਨਾਂ ਦੇਖੋ ਤਾਂ ਮੇਰਾ ਖਿਆਲ ਆ ਕਿ ਵੀ ਉਹ ਇਕੱਠੇ ਹੋ ਕੇ ਨਹੀਂ ਉਹ ਇਸ ਵੇਲੇ ਤੁਰ ਰਿਹਾ। ਲੱਖੇ ਸਦਾਣੇ ਦੀ ਜਿਹੜੀ ਅਪਰੋਚ ਆ ਉਹ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਉਹਨੇ ਆਪਣੇ ਆਪ ਨੂੰ ਉਹਨਾਂ ਜਥੇਬੰਦੀਆਂ ਦੇ ਨਾਲ ਉਹਨੂੰ ਰਲੇਵਾਂ ਇੱਕ ਤਰ੍ਹਾਂ ਨਾਲ ਫੇਰ ਮੁੜ ਕੇ ਕਰ ਲਿਆ। ਆਪਣੀਆਂ ਜਿਹੜੀਆਂ ਚੀਜ਼ਾਂ ਆ ਉਹ ਸੁਧਾਰ ਕਰਕੇ ਤਾਂ ਉਹ ਹਿੱਸਾ ਸੰਯੁਕਤ ਮੋਰਚੇ ਦਾ ਹੈਗਾ। ਲੇਕਿਨ ਦੀਪ ਸਿੱਧੂ ਜਿਹੜਾ ਆ, ਦੀਪ ਸਿੱਧੂ ਦਾ ਇਹਨਾਂ ਗੱਲਾਂ 'ਚ ਥੋੜ੍ਹਾ ਜਿਹਾ ਫਰਕ ਦਿਖਦਾ ਆ। ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਹੁਣ ਕੀ ਰਣਨੀਤੀ ਰਹੂਗੀ ਜੀ? ਰਣਨੀਤੀ ਜਿਹੜੀ ਆ ਉਹ ਸਾਡੇ ਜਿਹੜੀ ਆ ਉੱਥੇ ਜਥੇਬੰਦੀਆਂ ਨੇ ਬਣਾਉਣੀ ਆ। ਜੋ ਵੀ ਸੱਦਾ ਜਿੱਦਾਂ ਅੱਜ ਦਾ ਸੀਗਾ ਸੱਦਾ ਬਈ ਜਿਹੜੀਆਂ ਸਟੇਟ ਗਵਰਨਮੈਂਟਾਂ ਆ ਜਾਂ ਸੈਂਟਰ ਗਵਰਨਮੈਂਟ ਨੇ ਜਿਹੜੀਆਂ ਗਾਈਡਲਾਈਨਾਂ ਜਾਰੀ ਕੀਤੀਆਂ ਤੇ ਉਹਦੇ ਨਾਲ ਜਿਹੜਾ ਆਮ ਲੋਕਾਂ ਦੇ ਉੱਤੇ ਜਿਹੜਾ ਬਹੁਤ ਬੁਰਾ ਪ੍ਰਭਾਵ ਪੈ ਰਿਹਾ। ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਲੋਕ ਜਿਹੜੇ ਆ ਲੋਕਡਾਊਨ ਦਾ ਜਿਹੜਾ ਸ਼ਿਕਾਰ ਸੀਗੇ, ਉਹਦੇ ਵਿੱਚ ਲੋਕਾਂ ਨੇ ਆਪਣੀ ਜਿਹੜੀ ਆ ਸਮੇਂ-ਸਮੇਂ ਜਿਹੜੇ ਸਰਕਾਰ ਨੂੰ ਪੂਰਾ ਸਹਿਯੋਗ ਕੀਤਾ। ਲੇਕਿਨ ਜਿਸ ਤਰੀਕੇ ਦੇ ਨਾਲ ਇਹਨੀ ਵੰਡ ਕੀਤੀ ਆ ਬਈ ਇੱਕ ਦਿਨ ਆਹ ਦੁਕਾਨ ਖੁੱਲੂਗੀ ਗਾਰਮੈਂਟਸ ਦੀ ਵਾਲੀ ਜਾਂ ਹੋਰ, ਉਹ ਦੁਕਾਨਦਾਰ ਦੇ ਕੋਲ ਕਿਸੇ ਦੇ ਕੋਲ 2 ਬੰਦੇ, ਕਿਸੇ ਕੋਲ 4, ਕਿਸੇ ਤੋਂ 6, ਕਿਸੇ ਤੋਂ 10 ਬੰਦੇ ਜਿਹੜੇ ਉਹ ਕੰਮ ਕਰ ਰਹੇ ਆ। ਜਿੱਥੇ ਉਹ ਦੁਕਾਨਦਾਰ ਨੂੰ ਵੱਡੀ ਸੱਟ ਜਿਹੜੀ ਆ ਉਹ ਵੱਜ ਰਹੀ ਆ ਇਹ ਹਕੂਮਤ ਦੇ ਇਹੋ ਜਿਹੇ ਫੈਸਲਿਆਂ ਦੇ ਨਾਲ, ਤੇ ਉੱਥੇ ਜਿਹੜਾ ਉਹਦੇ ਕੋਲ ਮਜ਼ਦੂਰ ਜਿਹੜਾ ਕੰਮ ਕਰ ਰਿਹਾ ਉਹਦੇ ਉੱਤੇ ਤਾਂ ਉਸ ਨਾਲੋਂ ਵੀ ਵੱਡੀ ਜਿਹੜੀ ਗਾਜ ਜਿਹੜੀ ਡਿੱਗਦੀ ਤਾਂ ਉਹਦੀ ਰੋਜੀ ਰੋਟੀ ਜਿਹੜੀ ਆ ਉਹ ਬਿਲਕੁਲ ਤਬਾਹ ਹੋ ਕੇ ਰਹਿ ਗਈ ਆ। ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਹਕੂਮਤ ਜਿਹੜੇ ਇਦਾਂ ਦੇ ਫੈਸਲੇ ਜਿਹੜੇ ਆ ਉਹ ਨਾ ਲਵੇ ਤੇ ਘੱਟੋ ਘੱਟ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜੀਆਂ ਸਾਰੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਤੇ ਨਾਲ ਦੇ ਨਾਲ ਜਿਹੜਾ ਦੂਸਰਾ ਆ ਵੀ ਆਪਣੇ ਉਹਨਾਂ ਨੂੰ ਗਾਈਡਲਾਈਨਾਂ ਜਿਹੜੀਆਂ ਦੇਣੀਆਂ ਆ, ਪ੍ਰੀਕਾਸ਼ਨ ਜਿਹੜੀਆਂ ਕਰਨ ਲਈ ਉਹਨਾਂ ਨੂੰ ਹਦਾਇਤਾਂ ਜਿਹੜੀਆਂ ਉਹ ਕਰਨੀਆਂ ਚਾਹੀਦੀਆਂ। ਹੁਣ ਸਾਡੇ ਨਾਲ ਮੌਜੂਦ ਨੇ ਕਾਮਰੇਡ ਗੁਰਮੇਜ ਸਿੰਘ ਜੀ, ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਗੁਰਮੇਜ ਸਿੰਘ ਜੀ, ਜੇ ਕਿਸਾਨੀ ਸੰਘਰਸ਼ ਦੀ ਗੱਲ ਕਰੀਏ, ਜਿੱਦਾਂ ਇੱਕ ਪਹਿਲਾਂ ਕੁਛ ਮਹੀਨੇ ਪਹਿਲਾਂ ਇੱਕ ਜਿਹੜਾ ਪੀਕ ਲੱਗਦਾ ਪਿਆ ਸੀ, ਇੱਕ ਬਹੁਤ ਜ਼ਿਆਦਾ ਉਤਸ਼ਾਹ ਯੂਥ ਵਿੱਚ ਵੀ ਬਾਕੀ ਸਾਰਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਸੀ। ਪਰ ਜੇ ਹੁਣ ਗੱਲ ਕੀਤੀ ਜਾਵੇ ਤਾਂ ਥੋੜ੍ਹੀ ਉਤਸ਼ਾਹ ਦੀ ਜਿਹੜੀ ਆ ਉਹ ਆਪਾਂ ਕਮੀ ਕਹਿ ਸਕਦੇ ਹਾਂ। ਦੇਖੋ ਇਹਦੇ ਵਿੱਚ ਤਾਂ ਕੋਈ ਸੱਚਾਈ ਨਹੀਂ, ਕਿਉਂਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਥੋੜ੍ਹਾ ਜਿਹਾ ਝਟਕਾ ਸਾਡੀ ਮੂਵਮੈਂਟ ਨੂੰ ਜ਼ਰੂਰ ਲੱਗਾ ਸੀ, ਲੇਕਿਨ ਉਹ ਤੋਂ ਬਾਅਦ ਜਿਹੜੀ ਆ ਸਾਰੀ ਮੂਵਮੈਂਟ ਸਾਡੀ ਸੰਭਲ ਗਈ ਆ ਔਰ ਬੜੀ ਵੱਡੀ ਪੱਧਰ ਦੇ ਉੱਤੇ ਲੋਕ ਜਿਹੜੇ ਆ ਉਹ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਆ। ਤੁਹਾਨੂੰ ਵੀ ਸਾਰਿਆਂ ਨੂੰ ਪਤਾ, ਲੋਕਾਂ ਨੂੰ, ਦੇਸ਼ਦਿਆਂ ਨੂੰ ਪਤਾ ਪਿਆ ਇਸ ਵੇਲੇ ਜਿਹੜਾ ਸਾਡਾ ਸੀ ਫਸਲ ਸਾਂਭਣ ਦਾ ਹਾੜੀ ਦੀ, ਉਹ ਕਿਸਾਨੀ ਨੂੰ ਵੱਡਾ ਉਹਦਾ ਪ੍ਰੋਗਰਾਮ ਸੀਗਾ। ਉਹਦੇ ਕਰਕੇ ਇੱਦਾਂ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਸਰਕਾਰ ਵੱਲੋਂ ਜਾਂ ਉਹਦਾ ਗੋਦੀ ਮੀਡੀਆ ਜਿਹੜਾ ਵੀ ਹੁਣ ਜੀ ਮੋਰਚਾ ਜਿਹੜਾ ਉਹ ਕਮਜ਼ੋਰ ਪੈ ਗਿਆ, ਇਹ ਕੋਈ ਐਸੀ ਗੱਲ ਨਹੀਂ। ਨਾ ਉੱਥੋਂ ਗਿਣਤੀ ਘਟੀ ਆ, ਨਾ ਲੋਕਾਂ ਵਿੱਚ ਉਤਸ਼ਾਹ ਘਟਿਆ। ਲੋਕ ਉਸੇ ਦ੍ਰਿੜਤਾ ਨਾਲ, ਉਸ ਮਤਲਬ ਜਿਹੜੀ ਜ਼ਰੂਰਤ ਨਾਲ ਉਸੇ ਇੱਕ ਤਰ੍ਹਾਂ ਇਕੱਠੇ ਹੋ ਕੇ ਉਸ ਮੋਰਚੇ ਵਿੱਚ ਸ਼ਾਮਲ ਹੋ ਰਹੇ। ਤੁਹਾਡੇ ਮੋਰਚੇ ਦਾ ਇੱਥੇ ਅੱਜ 178ਵਾਂ ਦਿਨ ਆ। ਜੇ ਅਸੀਂ ਕਿਸਾਨੀ ਸੰਘਰਸ਼ ਦਾ ਫਿਊਚਰ ਦੇਖਦੇ ਹਾਂ ਤੇ ਕੀ ਕਹੋਗੇ ਉਹਦੇ ਫਿਊਚਰ ਬਾਰੇ? ਦੇਖੋ, ਕਿਸਾਨੀ ਸੰਘਰਸ਼ ਦਾ ਫਿਊਚਰ ਜਿਹੜਾ ਬਹੁਤ ਹੀ ਉਜਲਾ ਆ। ਉਹਦੇ 3-4 ਕਾਰਨ ਆ, ਮੈਂ ਜਿਵੇਂ ਦੱਸਣੇ ਵੱਡੀ ਵਿਆਖਿਆ 'ਚ ਨਹੀਂ ਜਾਊਂਗਾ। ਪਹਿਲੀ ਗੱਲ ਵੀ ਸਾਡੇ ਕਿਸਾਨੀ ਸੰਘਰਸ਼ ਜਿਹੜਾ ਪੰਜਾਬ ਦੀ ਧਰਤੀ ਤੋਂ ਉੱਠਿਆ ਸੀ, ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਇਹ ਮੋਰਚਾ ਜਦੋਂ ਆਰਡੀਨੈਂਸ ਜਾਰੀ ਹੋ ਗਿਆ ਉਦੋਂ ਸ਼ੁਰੂ ਕਰ ਦਿੱਤਾ। ਇਹ ਸੰਘਰਸ਼ ਫਿਰ ਹਰਿਆਣੇ ਦਾ, ਪੱਛਮੀ ਯੂਪੀ ਦਾ, ਉਹ ਤੋਂ ਬਾਅਦ ਹੁਣ ਦੇਸ਼ ਦਾ ਔਰ ਦੇਸ਼ ਤੋਂ ਅੱਗੇ ਦੁਨੀਆ ਦਾ ਸੰਘਰਸ਼ ਜਿਹੜਾ ਪੂਰੀ ਦੁਨੀਆ ਦਾ ਬਣ ਚੁੱਕਾ ਹੈ ਹੁਣ ਤੱਕ। ਪਰ ਸਰਕਾਰਾਂ ਦਾ ਕੋਈ ਫੈਸਲਾ ਇਸ 'ਤੇ ਨਾ ਲੈਣਾ, ਅਸੀਂ ਬਿਲਕੁਲ ਸਪਸ਼ਟ ਹੈ ਇਸ ਗੱਲ ਲਈ ਕਿ ਬੀਜੇਪੀ ਦੀ ਸਰਕਾਰ ਜਿਹਦੇ ਪਿੱਛੇ ਆਰਐਸਐਸ ਕੰਮ ਕਰਦੀ ਹੈ, ਜਿਹਦੇ ਪਿੱਛੇ ਸਾਮਰਾਜੀ ਏਜੰਸੀਆਂ ਕੰਮ ਕਰਦੀਆਂ, ਉਹ ਸਾਡੇ ਘੋਲ ਨੂੰ ਲਮਕਾ ਕੇ ਇਹਦਾ ਦਮ ਤੋੜਨਾ ਚਾਹੁੰਦੀਆਂ। ਪਰ ਸਾਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ ਵੀ ਜਿੱਦਾਂ ਜਿੱਦਾਂ ਇਹ ਘੋਲ ਲਮਕਦਾ ਜਾ ਰਿਹਾ ਉੱਦਾਂ ਘੋਲ ਜਿਹੜਾ ਇਹ ਸਾਡਾ ਇਹਦਾ ਘੇਰਾ ਬੜਾ ਵੱਡਾ ਵਿਸ਼ਾਲ ਹੋ ਰਿਹਾ। ਅੱਜ ਨੌਜਵਾਨ ਸਾਡੇ ਨਾਲ ਆ, ਮਹਿਲਾਵਾਂ ਸਾਡੇ ਨਾਲ ਆ, ਵਪਾਰੀ ਸਾਡੇ ਨਾਲ ਆ, ਛੋਟਾ ਦੁਕਾਨਦਾਰ ਸਾਡੇ ਨਾਲ ਆ, ਇੱਥੋਂ ਤੱਕ ਦੇਸ਼ ਦੀਆਂ ਵੱਡੀਆਂ ਟ੍ਰੇਡ ਯੂਨੀਅਨ ਜਿਹੜੀਆਂ ਉਹ ਵੀ ਸਾਡੇ ਨਾਲ ਇਸ ਘੋਲ 'ਚ। ਇਸ ਕਰਕੇ ਇਹਦਾ ਘੋਲ ਦਾ ਜਿਹੜਾ ਭਵਿੱਖ ਇਸ ਕਰਕੇ ਉਜਲਾ ਕਿਉਂਕਿ ਸਾਰੇ ਲੋਕ ਕੇਂਦਰ ਸਰਕਾਰ ਦੀਆਂ ਨੀਤੀਆਂ ਬਾਰੇ ਚੰਗੀ ਤਰ੍ਹਾਂ ਸਾਫ਼ ਹੋ ਚੁੱਕੇ ਆ। ਸੰਯੁਕਤ ਕਿਸਾਨ ਮੋਰਚੇ ਤੋਂ ਜਿਹੜਾ ਕੋਈ ਹੁਕਮ ਆਉਂਦਾ ਉਹੀ ਫੋਲੋ ਕਰਦੇ ਜਾਂ ਅਸੀਂ ਲੋਕਲ ਵੀ ਕੋਈ ਰਣਨੀਤੀ ਬਣਾਉਂਦੇ ਇਹਦੇ ਬਾਰੇ? ਦੇਖੋ, ਜਦੋਂ ਤਾਂ ਕੋਈ ਸਾਡੇ ਲੋਕਲ ਮਸਲੇ ਆਉਂਦੇ ਆ,
ਅਸੀਂ ਜ਼ਰੂਰ ਬੈਠ ਕੇ ਵਿਚਾਰ ਕਰਕੇ ਉਹਦੇ ਤੇ ਐਕਸ਼ਨ ਕਰਦੇ ਹਾਂ। ਲੇਕਿਨ ਸਮੁੱਚੇ ਤੌਰ ਤੇ ਅਸੀਂ ਉੱਪਰੋਂ ਜੋ ਦਿੱਲੀ ਦੀ ਸਾਡੀਆਂ ਜਥੇਬੰਦੀਆਂ ਫੈਸਲੇ ਲੈਂਦੀਆਂ ਉਹਨਾਂ ਤੇ ਅਸੀਂ ਪੂਰੀ ਹਿੰਮਤ ਨਾਲ ਸਾਰੇ ਲੋਕਾਂ ਤੱਕ ਪਹੁੰਚ ਕਰਕੇ ਉਹ ਤੇ ਅਮਲ ਕਰਦੇ ਹਾਂ। ਹੁਣ ਅਗਲੀ ਰਣਨੀਤੀ ਕੀ ਰਹੂਗੀ ਕਿਸਾਨਾਂ ਦੀ? ਦੇਖੋ ਅਗਲੀ ਰਣਨੀਤੀ ਮਤਲਬ ਜਿੱਦਾਂ ਗੁਰਨਾਮ ਸਿੰਘ ਹੁਣੀ ਪਹਿਲਾਂ ਕਹਿ ਗਏ, ਸਾਡੀ ਨਹੀਂ ਕੇਂਦਰ ਦੀ ਲੀਡਰਸ਼ਿਪ ਨੇ ਬਣਾਉਣੀ। ਜਿਹੜੀ ਸਾਡੀ ਕੇਂਦਰੀ ਲੀਡਰਸ਼ਿਪ ਆ ਜਿਹਦੇ ਉੱਤੇ ਦੇਸ਼ ਦੇ ਲੋਕਾਂ ਨੂੰ ਦੁਨੀਆ ਦੇ ਲੋਕਾਂ ਨੂੰ ਭਰੋਸਾ, ਉਹ ਜੋ ਵੀ ਰਣਨੀਤੀ ਬਣਾਉਣਗੇ। ਅੱਜ ਦਾ ਜਿੱਦਾਂ ਦੱਸਿਆ ਗਿਆ ਪਿਆ, ਅੱਜ ਉਹਨਾਂ ਨੇ ਸੱਦਾ ਦਿੱਤਾ ਸੀ ਇਸ ਲਾਕਡਾਊਨ ਦੇ ਵਿਰੋਧ 'ਚ, ਕਿਉਂਕਿ ਸਾਡੇ ਸਾਹਮਣੇ ਇੱਕ ਮੈਂ ਉਦਾਹਰਣ ਨਹੀਂ ਦੇਣੀ ਚਾਹੁੰਦਾ, ਕੇਰਲਾ ਦੀ ਸਰਕਾਰ ਵੀ ਅੱਜ ਤੋਂ ਲਾਕਡਾਊਨ ਕਰ ਰਹੀ ਹੈ। 15 ਤੱਕ ਉਹਨਾਂ ਨੇ ਲਾਕਡਾਊਨ ਕੀਤਾ, ਲੇਕਿਨ ਉਸ ਲਾਕਡਾਊਨ 'ਚ ਉਹਨਾਂ ਨੇ ਪਿੰਡ ਪੱਧਰ ਤੱਕ ਲੋਕਾਂ ਦੀ ਰੋਟੀ ਦਾ, ਪੈਸੇ ਦਾ, ਹਰ ਚੀਜ਼ ਦਾ, ਦਵਾਈ ਦਾ ਪ੍ਰਬੰਧ ਕਰਕੇ ਨਾਲ ਜਿਹੜੇ ਅਧਿਕਾਰੀ ਉਹਨਾਂ ਦੀਆਂ ਡਿਊਟੀਆਂ ਨਿਸ਼ਚਿਤ ਕਰਤੀਆਂ ਵੀ ਕਿਸੇ ਵੀ ਕਿਸਮ ਦੀ ਲੋਕਾਂ ਨੂੰ ਮੁਸ਼ਕਲ ਨਹੀਂ ਆਉਣੀ ਚਾਹੀਦੀ। ਉਹ ਲੋਕਾਂ ਨੂੰ ਬਚਾਉਣਾ ਚਾਹੁੰਦੇ ਆ, ਲੋਕਾਂ ਦੀ ਜ਼ਿੰਦਗੀ ਦਾ ਪੂਰੀ ਤਰ੍ਹਾਂ ਖਿਆਲ ਰੱਖਦੇ। ਜੇ ਪੰਜਾਬ ਦੀ ਸਰਕਾਰ ਇਸ ਤਰ੍ਹਾਂ ਕਰਦੀ ਤਾਂ ਅਸੀਂ ਸਰਕਾਰ ਦਾ ਡਟ ਕੇ ਸਮਰਥਨ ਕਰਦੇ। ਇੱਥੇ ਤਾਂ ਲੋਕਾਂ ਨੂੰ ਭੁੱਖੇ ਮਾਰਨ ਲਈ ਆਰਡਰ ਕੀਤੇ ਬੜੀ ਸਖਤੀ ਨਾਲ, ਕਹਿੰਦਾ ਮੈਂ ਲਾਗੂ ਕਰੂੰਗਾ। ਜਿੰਨੀ ਸਖਤੀ ਕਰੇਗਾ ਓਡੀ ਵੱਡੀ ਸਾਡੀ ਮੂਵਮੈਂਟ ਬਣੇਗੀ। ਹੁਣ ਸਾਡੇ ਨਾਲ ਮੌਜੂਦ ਨੇ ਦਵਿੰਦਰ ਸਿੰਘ ਕੱਕੋ ਜੀ, ਇਹਨਾਂ ਦਾ ਵੀ ਵਿਚਾਰ ਅਸੀਂ ਜਾਣਾਂਗੇ ਕਿਸਾਨੀ ਸੰਘਰਸ਼ ਬਾਰੇ ਕੀ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ, ਜਿੱਦਾਂ ਆਪਾਂ ਗੱਲ ਕਰੀਏ ਜਿਹੜਾ ਕਿਸਾਨੀ ਸੰਘਰਸ਼ ਆ ਕਾਫੀ ਲੰਬਾ ਹੁਣ ਹੋ ਚੁੱਕਾ ਆ। ਇਹ ਦੁਨੀਆ ਦਾ ਮੇਰਾ ਖਿਆਲ ਇੱਕ ਅੱਧਾ ਸੰਘਰਸ਼ ਇਦਾਂ ਦਾ ਆਇਆ ਜਿਹੜਾ ਇਦਾਂ ਪਹਿਲਾਂ ਲੜਿਆ ਗਿਆ, ਉਹ ਵੀ ਕਿਸਾਨੀ ਸੰਘਰਸ਼ ਹੀ ਸੀ। ਤੇ ਤੁਸੀਂ ਕੀ ਇਹਦਾ ਭਵਿੱਖ ਦੇਖਦੇ ਆ? ਹਾਂ, ਇਸ ਦਾ ਭਵਿੱਖ ਜਿਹੜਾ ਆ ਬੜਾ ਉਜਲ ਹੋਣਾ ਆ, ਬੜਾ ਦਾ ਫਿਊਚਰ ਬ੍ਰਾਈਟ ਹੈਗਾ, ਕਿਉਂਕਿ ਜਿਉਂ ਇਹ ਸੰਘਰਸ਼ ਕਿਸਾਨੀ ਸੰਘਰਸ਼ ਜਿਹੜਾ ਆ ਇਹ ਲੰਬਾ ਹੋਊਗਾ, ਤਿਉਂ ਤੋਂ ਜਿਹੜੀਆਂ ਸਰਕਾਰ ਦੀਆਂ ਜਿਹੜੀਆਂ ਆ ਉਹ ਕਾਰਪੋਰੇਟ ਪੱਖੀ ਜਿਹੜੀਆਂ ਪਹੁੰਚਾ ਰਹੀਆਂ ਹੈਗੀਆਂ, ਉਹਨਾਂ ਦੇ ਜਿਹੜੇ ਪਰਦੇ ਆ ਉਹ ਸਾਰੇ ਖੇੜੇ ਜਾਣਗੇ। ਇਸ ਕਰਕੇ ਸੋਚਦੇ ਆ ਵੀ ਲੋਕਾਂ ਦੀ ਸਮਝਦਾਰੀ ਜਿਹੜੀ ਆ ਸਰਕਾਰਾਂ ਦੇ ਵਿਰੋਧ ਵਿੱਚ ਸਾਮਰਾਜੀ ਜਿਹੜਾ ਕਾਰਪੋਰੇਟ ਆ, ਜਿਹੜਾ ਪੂੰਜੀਵਾਦ ਦਾ ਪ੍ਰਬੰਧ ਜਿਹੜਾ ਹੈ, ਉਹਦੇ ਵਿਰੋਧ ਦੇ ਵਿੱਚ ਲੋਕਾਂ ਦੀ ਜਿਹੜੀ ਸਮਝਦਾਰੀ ਆ ਉਹ ਜ਼ਿਆਦਾ ਵਧੀਆ ਹੋਊਗੀ। ਪਰ ਜੇ ਆਪਾਂ ਗੱਲ ਕਰੀਏ ਜਿਹੜਾ ਪਹਿਲਾਂ ਤਾਂ ਸਰਕਾਰ ਵੱਲੋਂ ਜਾਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਤੁਹਾਡੇ ਤੱਕ ਪਹੁੰਚ ਕੀਤੀ ਜਾਂਦੀ ਸੀ ਜਾਂ ਤੁਹਾਡੇ ਨਾਲ ਮੀਟਿੰਗਾਂ ਕੀਤੀਆਂ ਜਾਂਦੀਆਂ ਸੀ, ਹੁਣ ਤਾਂ ਉਹ ਵੀ ਮੀਟਿੰਗਾਂ ਬੰਦ ਹੋ ਚੁੱਕੀਆਂ ਆ। ਕੋਈ ਇਸ ਗੱਲ ਦਾ ਕੋਈ ਮਸਲਾ ਨਹੀਂ ਹੈ, ਕਿਉਂਕਿ ਸਰਕਾਰ ਇਸ ਨੂੰ ਲਮਕਾਉਣਾ ਚਾਹੁੰਦੀ ਆ, ਲਮਕਾ ਕੇ ਆਪਣੀਆਂ ਏਜੰਸੀਆਂ ਦੇ ਰਾਹੀਂ ਇਸ ਸੰਘਰਸ਼ ਨੂੰ ਬਦਨਾਮ ਕਰਨਾ ਚਾਹੁੰਦੀ ਹੈ, ਜਿੱਦਾਂ ਉਹਨਾਂ ਨੇ ਪਿੱਛੇ ਕੀਤਾ। ਅਤੇ ਜੇ ਇਸੇ ਤਰ੍ਹਾਂ ਹੀ ਕਰਦੀ ਰਹੂਗੀ ਤੇ ਅਸੀਂ ਤੇ ਬਿਲਕੁਲ ਸਾਡੀ ਲੰਮੀ ਰਣਨੀਤੀ ਆ। ਅਸੀਂ ਵੀ ਲਗਾਤਾਰ ਸਰਕਾਰ 'ਤੇ ਇਸੇ ਤਰ੍ਹਾਂ ਜਿੱਦਾਂ ਪਹਿਲਾਂ ਦਬਾਅ ਬਣਾਇਆ ਹੋਇਆ ਦਬਾਅ ਵੀ ਬਣਾ ਕੇ ਰੱਖਾਂਗੇ, ਔਰ ਅਸੀਂ ਜਿੱਥੇ ਤੱਕ ਵੀ ਇਹ ਲੰਮਾ ਚੱਲੂਗਾ ਉੱਥੇ ਤੱਕ ਇਹਨੂੰ ਚਲਾਉਣ ਦੇ ਵਾਸਤੇ ਅਸੀਂ ਯਤਨਸ਼ੀਲ ਹਾਂ। ਔਰ ਲਗਾਤਾਰ ਸਾਡੇ ਜਿਹੜੇ ਮੋਰਚੇ ਦੇ ਵਿੱਚ ਲਗਾਤਾਰ ਸਾਡੇ ਆਰਗੇਨਾਈਜ਼, ਪਹਿਲਾਂ ਆਰਗੇਨਾਈਜ਼ ਪ੍ਰੋਗਰਾਮ ਸੀਗਾ, ਹੁਣ ਆਰਗੇਨਾਈਜ਼ ਬੇਸ ਦੇ ਨਾਲ ਜਿਹੜੇ ਆ ਉਹ ਲੋਕ ਉੱਥੇ ਜਿਹੜੀ ਆ ਸ਼ਮੂਲੀਅਤ ਕਰ ਰਹੇ ਆ। ਔਰ ਕੈਂਪਾਂ ਦੀ ਵੀ ਤੁਸੀਂ ਜਾ ਕੇ ਇੱਥੇ ਦਿੱਲੀ ਦੇ ਮੋਰਚੇ ਵਿੱਚ ਦੇਖੋ, ਸਿੰਘੂ ਬਾਰਡਰ 'ਤੇ, ਟਿੱਕਰੀ ਬਾਰਡਰ 'ਤੇ, ਗਾਜ਼ੀਪੁਰ 'ਤੇ ਜਾ ਕੇ ਦੇਖੋ ਵੀ ਬੜੇ ਪਲੈਨਡ ਵੇ ਦੇ ਨਾਲ ਅਸੀਂ ਸਾਰਾ ਪ੍ਰਬੰਧ ਜਿਹੜੇ ਉੱਥੇ ਕਰ ਲਿਆ। ਔਰ 10 ਤੋਂ ਦੁਬਾਰਾ ਫਿਰ ਸ਼ੰਭੂ ਬਾਰਡਰ ਤੋਂ, ਟਿੱਕਰੀ ਬਾਰਡਰ ਤੋਂ, ਉਹਨਾਂ ਸਾਰੇ ਬਾਰਡਰਾਂ ਤੋਂ, ਖਨੌਰੀ ਬਾਰਡਰ ਤੋਂ ਫਿਰ ਸਾਡੇ ਜਥੇ ਜਿਹੜੇ ਆ ਉਹ ਵੱਡੀ ਗਿਣਤੀ ਦੇ ਵਿੱਚ ਉੱਥੇ ਜਿਹੜੀ ਆ ਉੱਥੇ ਆਪਣੀ ਤਾਕਤ ਦਾ ਮੁਜ਼ਾਹਰਾ ਕਰਨ ਦੇ ਵਾਸਤੇ ਫਿਰ ਜਾ ਰਹੇ ਆ। ਲਗਾਤਾਰ ਤਾਂ ਜੇ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਜਿਹੜਾ ਆ ਕਿਸਾਨੀ ਸੰਘਰਸ਼ ਨੂੰ ਕਰੋਨਾ ਦੀ ਭੇਟ ਚਾੜਨ ਦੀ ਕੋਸ਼ਿਸ਼ ਕੀਤੀ ਜਾਊਗੀ ਤਾਂ ਕੀ ਰਣਨੀਤੀ ਰਹੂਗੀ ਕਿਸਾਨਾਂ ਦੀ? ਦੇਖੋ, ਸਰਕਾਰ ਨੇ ਇਹ ਕਰੋਨਾ ਦੀ ਆੜ ਦੇ ਵਿੱਚ ਹੀ ਖੇਤੀ ਕਾਨੂੰਨ ਜਿਹੜੇ ਆ ਕਿਸਾਨਾਂ ਦੇ ਵਿਰੋਧ ਦੇ ਵਿੱਚ ਪਲੱਸ ਮਜ਼ਦੂਰਾਂ ਦੇ ਵਿਰੋਧ ਦੇ ਵਿੱਚ ਇਹ ਕਾਨੂੰਨ ਲਿਆਂਦੇ ਸੀ। ਜਿਸ ਸੰਘਰਸ਼ ਦਾ ਜਨਮ ਜਿਹੜਾ ਆ ਇਸ ਕਰੋਨਾ ਕਾਲ ਦੇ ਵਿੱਚ ਹੋਇਆ ਹੋਵੇ, ਔਰ ਇਸ ਕਰੋਨਾ ਕਾਲ ਦੇ ਵਿੱਚ ਉਹ ਵੱਡਾ ਹੋਇਆ ਹੋਵੇ, ਜਵਾਨ ਹੋਇਆ ਹੋਵੇ, ਅਤੇ ਇਹ ਸੰਘਰਸ਼ ਜਿਹੜਾ ਆ ਉਸ ਕਰੋਨਾ ਕਾਲ ਦਾ ਉੱਤੇ ਕੋਈ ਪ੍ਰਭਾਵ ਨਹੀਂ ਪੈਣ ਵਾਲਾ। ਜਿਹੜਾ ਇਹ ਲਗਾਤਾਰ ਹੋਰ ਜਵਾਨ ਹੁੰਦਾ ਜਾ ਰਿਹਾ, ਇਹਦੀਆਂ ਸ਼ਿਖਾਵਾਂ ਹੋਰ ਫੁੱਟਦੀਆਂ ਜਾ ਰਹੀਆਂ, ਇਹ ਬਿਰਖ ਜਿਹੜਾ ਬਹੁਤ ਵੱਡਾ ਹੁੰਦਾ ਜਾ ਰਿਹਾ। ਪਹਿਲੀਆਂ ਮੀਟਿੰਗਾਂ ਤੋਂ ਬਾਅਦ ਉਸ ਤੋਂ ਬਾਅਦ ਕੋਈ ਕਾਲ ਉਹਨਾਂ ਵੱਲੋਂ ਆਈ ਹੋਵੇ ਜਾਂ ਕੋਈ ਇਦਾਂ ਦੀ ਕੋਈ ਕੋਸ਼ਿਸ਼ ਹੋਈ ਹੋਵੇ ਦੁਬਾਰਾ ਗੱਲਬਾਤ ਕੋਈ ਕੀਤੀ ਜਾਵੇ? ਉਹਨਾਂ ਦੀ ਲਾਸਟ ਵਰਡ ਹੈਗੇ ਆ ਮੋਦੀ ਦੇ ਵੀ ਅਸੀਂ ਇੱਕ ਸਿਰਫ ਟੈਲੀਫੋਨ ਕਾਲ ਜਿਹੜੀ ਹੈਗੀ ਆ ਉਹਦੀ ਦੂਰੀ 'ਤੇ ਹੈਗੇ ਆ, ਉਹ ਪਤਾ ਨਹੀਂ ਉਹ ਕਦੋਂ ਕਾਲ ਆਉਣੀ ਆ, ਕਿਉਂਕਿ ਉਹ ਕਾਲ ਉਹਨਾਂ ਨੇ ਦੇਣੀ ਹੈਗੀ ਆ। ਅਸੀਂ ਤਾਂ ਗੱਲਬਾਤ ਕਰਨ ਵਾਸਤੇ ਤਿਆਰ ਹੈਗੇ ਆ, ਪਰ ਗੱਲਬਾਤ ਜਿਹੜੀ ਆ ਉਹ ਕਿਸਾਨਾਂ ਦੇ, ਮਜ਼ਦੂਰਾਂ ਦੇ, ਦੇਸ਼ ਦੇ ਲੋਕਾਂ ਦੇ ਹਿੱਤ ਵਿੱਚ ਹੋਣੀ ਚਾਹੀਦੀ ਆ। ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਜਾਂ ਯੂਥ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ? ਅਸੀਂ ਇਹੀ ਸੁਨੇਹਾ ਦੇਣਾ ਚਾਹਾਂਗੇ ਕਿ ਇਹ ਸੰਯੁਕਤ ਕਿਸਾਨ ਮੋਰਚਾ ਜਿਹੜਾ ਆ ਉਹਦੇ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਆ। ਉਹਨੂੰ ਜਿਹੜਾ ਆ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਜ਼ਬਰ ਦਾ ਮੁਕਾਬਲਾ ਅਸੀਂ ਸਬਰ ਦੇ ਨਾਲ ਕਰਨਾ ਹੈ। ਜੋ ਸਾਡੀਆਂ ਸਿੱਖੀ ਪਰੰਪਰਾਵਾਂ ਆ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲ ਰਹੇ ਹਾਂ, ਉਹਨਾਂ ਤੋਂ ਅਸੀਂ ਸੇਧ ਵੀ ਲੈ ਰਹੇ ਹਾਂ, ਔਰ ਉਹਨਾਂ ਪਰੰਪਰਾਵਾਂ ਦੇ ਅਨੁਸਾਰ ਹੀ ਜਿੱਥੇ ਤੱਕ ਵੀ ਘੋਲ ਲੜਨਗੇ ਇਹ ਮਤਲਬ ਸਰਕਾਰ ਲੜਾਉਣਾ ਚਾਹੂਗੀ ਅਸੀਂ ਉੱਥੇ ਤੱਕ ਲੜਨ ਵਾਸਤੇ ਤਿਆਰ ਆ। ਔਰ ਯੂਥ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਵੀ ਇਹ ਸੰਘਰਸ਼ ਜਿਹੜਾ ਆ ਉਹ ਜ਼ਬਰ ਤੇ ਸਬਰ ਦੇ ਨਾਲ ਲੜਿਆ ਜਾਣਾ, ਕੋਈ ਕਾਹਲੀ ਕਰਨ ਦੀ ਲੋੜ ਨਹੀਂ ਹੈ, ਜਿੱਤਾਂਗੇ ਜ਼ਰੂਰ। ਹੁਣ ਅਸੀਂ ਗੱਲਬਾਤ ਕਰ ਰਹੇ ਸੀ ਅਲੱਗ-ਅਲੱਗ ਕਿਸਾਨ ਆਗੂਆਂ ਨਾਲ, ਤੇ ਅਲੱਗ-ਅਲੱਗ ਕਿਸਾਨ ਆਗੂਆਂ ਨੇ ਆਪਣੇ ਵਿਚਾਰ ਜਿਹੜੇ ਆ ਉਹ ਦੱਸੇ ਨੇ, ਤੇ ਉਹਨਾਂ ਦਾ
ਮੇਨ ਜੋ ਦੇਖਣ ਵਿੱਚ ਆਇਆ ਇਹੀ ਆ ਵੀ ਜਿਹੜਾ ਇਹ ਸੰਘਰਸ਼ ਹੈ ਜਿਹੜਾ ਉਦੋਂ ਤੱਕ ਜਾਰੀ ਰੱਖਿਆ ਜਾਊਗਾ ਜਦੋਂ ਤੱਕ ਅਸੀਂ ਜਿੱਤ ਨਹੀਂ ਜਾਂਦੇ। ਤੇ ਸਾਡੇ ਨਾਲ ਲਗਾਤਾਰ ਜੁੜੇ ਰਹੋ। ਹੋਰ ਜਾਣਕਾਰੀ ਦੇ ਲਈ, ਹੋਰ ਖਬਰਾਂ ਦੇ ਲਈ, 10 ਟੈਲਰ ਨਿਊਜ਼ ਦੇ ਲਈ ਹਰਪਾਲ ਲਾਡਾ ਦੇ ਨਾਲ ਕੈਮਰਾਮੈਨ ਜਤਿੰਦਰ ਪ੍ਰਿੰਸ ਦੀ ਰਿਪੋਰਟ।